ਮੈਂ ਹਾਂ ਕ੍ਰਿਸ਼ਨ ਮਿੱਡਾ ਤੇ ਤੁਸੀਂ ਦੇਖ ਰਹੇ ਹੋ ਮੇਰਾ ਰੰਗਲਾ ਦੇਸ਼। ਤਾਂ ਅੱਜ ਖਰੀਆਂ ਖਰੀਆਂ ਗੱਲਾਂ ਦੇ ਵਿੱਚ ਕੀ ਗੱਲਾਂ ਹੋਣਗੀਆਂ, ਸਮਾਜ ਦੀਆਂ ਗੱਲਾਂ ਹੋਣਗੀਆਂ, ਸਮਾਜ ਦੇ ਵਿਕਾਸ ਦੀਆਂ ਗੱਲਾਂ ਹੋਣਗੀਆਂ, ਸਮਾਜ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ ਉਹਦੇ ਬਾਰੇ ਗੱਲ ਕਰਾਂਗੇ ਆਪਾਂ। ਸਾਡੇ ਨਾਲ ਅੱਜ ਹਨ ਅਕਾਲੀ ਦਲ ਦੇ ਬੁਲਾਰੇ ਸੁਸ਼ੀਲ ਗਰੋਵਰ ਜੀ, ਜੋ ਇੱਥੋਂ ਵਾਰਡ ਕੌਂਸਲਰ ਵੀ ਨੇ, ਨਗਰ ਕੌਂਸਲਰ ਵੀ ਨੇ, ਤਾਂ ਬੜੇ ਉਹ ਜਜ਼ਬਾਤੀ ਹੁੰਦੇ ਉਹ ਵੀ ਇਹਨਾਂ ਸਮਾਜ ਸੇਵੀ ਗੱਲਾਂ ਦੇ ਨਾਲ। ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਚੁੱਕੇ ਨੇ, ਪਰ ਹਜੇ ਤੱਕ ਵੀ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹੈ ਉਹਨਾਂ ਦਾ ਹੱਲ ਨਹੀਂ ਹੋ ਪਾਇਆ। ਸਹੀ ਵੀ ਸਮੱਸਿਆਵਾਂ ਦੇ ਨਾਲ ਝੂੰਝ ਰਹੇ ਨੇ। ਛੋਟੀਆਂ ਛੋਟੀਆਂ ਗੱਲਾਂ, ਆਧਾਰ ਕਾਰਡ, ਵੋਟ ਕਾਰਡ ਤੱਕ ਲੋਕਾਂ ਦੀ ਜਿਹੜੀਆਂ ਸਮੱਸਿਆ ਬੜੀਆਂ ਖੜੀਆਂ ਹੈ। ਬੁਢਾਪਾ ਪੈਨਸ਼ਨ ਹੋ ਗਈ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਆਹ ਗੱਲਾਂ ਤੇ ਆਪਾਂ ਅਹਿਮ ਮੁੱਦਿਆਂ ਤੇ ਜਿਹੜੀਆਂ ਲੋਕਾਂ ਦੇ ਵਿੱਚ ਹਜੇ ਵੀ ਵਿਚਰਦੇ ਆਪਾਂ, ਉਹ ਹਜੇ ਵੀ ਸਮੱਸਿਆਵਾਂ ਜਿਉਂਦੀਆਂ ਤਿਉਂ ਬਣੀਆਂ ਹੋਈਆਂ। ਮਿੱਡਾ ਸਾਹਿਬ, ਪਹਿਲੇ ਤਾਂ ਮੇਰਾ ਰੰਗਲਾ ਦੇਸ਼ ਚੈਨਲ ਦੀ ਸਮੁੱਚੀ ਟੀਮ ਦਾ ਔਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੋਟ ਧੰਨਵਾਦ ਕਰਦਾ, ਵਾਰਡ ਨਿਵਾਸੀਆਂ ਵੱਲੋਂ, ਸ਼ਹਿਰ ਨਿਵਾਸੀਆਂ ਵੱਲੋਂ, ਵੀ ਤੁਸੀਂ ਇੱਥੇ ਪਹੁੰਚ ਕੇ ਜੋ ਸੰਗਤ ਦੇ ਰੂਬਰੂ ਹੋਣ ਦਾ ਦਾਸ ਨੂੰ ਮੌਕਾ ਦਿੱਤਾ ਔਰ ਜੋ ਮੇਰੇ ਮਨ ਦੇ ਵਲਵਲੇ ਨੇ ਸਮਾਜ ਦੇ ਪ੍ਰਤੀ ਉਹ ਜਾਗਰਤ ਕਰਨ ਦੇ ਤੁਸੀਂ ਮੌਕਾ ਦਿੱਤਾ। ਮੈਂ ਤੁਹਾਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਕੋਟਨ-ਕੋਟ ਧੰਨਵਾਦ ਕਰਦਾ ਤੇ ਜੀ ਆਇਆਂ ਵੀ ਕਹਿਣਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਮਿੱਡਾ ਸਾਹਿਬ, ਗੱਲ ਹੈ ਸਮਾਜ ਦੇ ਵਿੱਚ ਵੱਧ ਰਹੀਆਂ ਕੁਰੀਤੀਆਂ ਦੀ। ਤੁਹਾਡੀ ਗੱਲ ਬਿਲਕੁਲ ਯੋਗ ਹੈ ਔਰ ਬਿਲਕੁਲ ਦਰੁਸਤ ਹੈ ਵੀ ਅੱਜ ਸਮਾਜ ਦੇ ਵਿੱਚ ਇੰਨੀਆਂ ਕੁਰੀਤੀਆਂ ਵੱਧ ਰਹੀਆਂ ਨੇ, ਇੰਨੇ ਹਰ ਪੱਖੋਂ, ਭਾਵੇਂ ਭ੍ਰਿਸ਼ਟਾਚਾਰ ਹੋਵੇ, ਭਾਵੇਂ ਨਸ਼ੇ ਦਾ ਲਾ ਲਓ, ਬੇਰੁਜ਼ਗਾਰੀ ਲਾ ਲਓ, ਜਾਂ ਕੋਈ ਹੈ ਜੀ ਰੋਜ਼ਮर्रा ਦੀ ਜ਼ਿੰਦਗੀ ਜਿਹੜੀ ਸਾਨੂੰ ਲੋੜੀਂਦੀ ਚੀਜ਼ ਹੈ, ਉਸ ਪੱਖੇ ਆਪਾਂ ਆ ਜਾਈਏ। ਅੱਜ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਪੰਜਾਬ ਦੇ ਵਿੱਚ ਬਹੁਤ ਕੁਰੀਤੀਆਂ ਵੱਧ ਰਹੀਆਂ ਨੇ, ਜਿੰਦਾ ਸਾਡਾ ਸਮਾਜ ਦੇ ਵਿੱਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ। ਸਾਡੀ ਆਪਸੀ ਭਾਈਚਾਰਕ ਸਾਂਝ 'ਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ। ਇਹ ਜਿਹੜਾ ਹੈ ਸਮਾਜ ਦੇ ਵਿੱਚ ਬਹੁਤ ਹੀ ਜਿਹੜਾ ਹੈ ਨਿੰਦਨੀय ਤੇ ਨਖੇਦੀ ਵਾਲਾ ਕੰਮ ਹੈ। ਔਰ ਅੱਜ ਲੋਕਾਂ ਨੂੰ ਜ਼ਰੂਰਤ ਹੈ ਅਵੇਅਰ ਹੋਣ ਦੀ, ਅਵੇਅਰਨੈਸ ਦੀ ਲੋੜ ਹੈ ਲੋਕਾਂ ਨੂੰ ਜ਼ਰੂਰਤ ਹੈ। ਅੱਜ ਆਪ ਜਿਹੜਾ ਸੰਵਿਧਾਨਿਕ ਅਤੇ ਮੌਲਿਕ ਸਾਡੇ ਅਧਿਕਾਰ ਨੇ, ਉਹਨਾਂ ਅਧਿਕਾਰਾਂ ਨੂੰ ਜਿਹੜਾ ਹੈ ਲੋਕਾਂ ਨੂੰ ਅਵੇਅਰਨੈਸ ਹੋਣ ਦੀ ਲੋੜ ਹੈ ਔਰ ਲੋਕ ਆਪਦੇ ਹੱਕ ਮੰਗਣ, ਆਪਦੇ ਹੱਕਾਂ ਦੀ ਰਾਖੀ ਕਰਨ। ਤਾਂ ਜਿਹੜੇ ਲੋਕ ਹੈ ਉਹ ਆਪਣੀਆਂ ਸਮੱਸਿਆਵਾਂ ਦੇ ਨਾਲ ਝੂੰਝ ਰਹੇ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ ਮਿੱਡਾ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਜਿਹੜੀ ਲੋਕ ਛੋਟੇ ਛੋਟੇ ਸਾਡੇ ਬਜ਼ੁਰਗ, ਮਾਤਾਵਾਂ, ਬੱਚੇ, ਨੌਜਵਾਨ, ਦੋਸਤ ਅੱਜ ਵੀ ਜੋ ਸਰਕਾਰ ਦੀਆਂ ਸਹੂਲਤਾਂ ਨੇ, ਉਹ ਸਹੂਲਤਾਂ ਦਾ ਜੇ ਦਫ਼ਤਰਾਂ ਦੇ ਵਿੱਚ ਜਾਂਦੇ ਨੇ, ਸਹੂਲਤਾਂ ਦਾ ਲਾਭ ਲੈ ਲੈਣ, ਤਾਂ ਉਹਨਾਂ ਨੂੰ ਬੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ, ਪਿਛਲੀਆਂ ਸਰਕਾਰਾਂ ਗਈਆਂ, ਅਸੀਂ ਇਹ ਸਾਡਾ ਮੁੱਖ ਮੋਟਿਵ ਸੀ, ਮੁੱਖ ਮੁੱਦਾ ਸੀ ਵੀ ਲੋਕਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਹਰ ਸ਼ਹਿਰ ਦੇ ਵਿੱਚ, ਹਰ ਵਾਰਡਾਂ ਦੇ ਵਿੱਚ ਜਿਹੜਾ ਅਸੀਂ ਸਾਂਝ ਕੇਂਦਰ ਖੁਲਾਏ, ਪਿੰਡਾਂ ਵਿੱਚ ਸਾਂਝ ਕੇਂਦਰ ਖੁਲਾਏ, ਤਾਂ ਕਿ ਬਜ਼ੁਰਗਾਂ ਨੂੰ ਪੈਨਸ਼ਨਾਂ ਦੀ ਖਾਤਰ ਜਾਂ ਨੌਜਵਾਨ ਦੋਸਤਾਂ ਨੂੰ ਕੰਮਾਂ ਕਾਰਾਂ ਦੀ ਖਾਤਰ ਕੋਈ ਦਰ ਬਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਪਰ ਜਦੋਂ ਇਹ ਕਾਂਗਰਸ ਸਰਕਾਰ ਬਣੀ, ਇਹ ਸਰਕਾਰ ਨੇ ਆਉਂਦੇ ਹੀ ਸਾਰੇ ਸਾਂਝ ਕੇਂਦਰ ਜਿਹੜੇ ਬੰਦ ਕਰ ਦਿੱਤੇ ਔਰ ਭ੍ਰਿਸ਼ਟਾਚਾਰ ਦਾ ਐਡਾ ਬੋਲਬਾਲਾ ਵੱਧ ਗਿਆ ਕਿ ਛੋਟੇ ਛੋਟੇ ਕੰਮਾਂ ਲਈ, ਮਿੱਡਾ ਸਾਹਿਬ, ਛੋਟੇ ਛੋਟੇ ਕੰਮਾਂ ਲਈ ਜਿਹੜੀ ਲੋਕਾਂ ਦਾ ਮੌਲਿਕ ਅਧਿਕਾਰ ਹੈ, ਉਹ ਛੋਟੇ ਛੋਟੇ ਕੰਮਾਂ ਲਈ ਲੋਕਾਂ ਨੂੰ ਜੁੜਿਆ ਦਰ ਬਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਿਆ। ਇਸ ਕਰਕੇ ਇਸ ਸਰਕਾਰ ਦੀ ਨਲਾਇਕੀਆਂ ਅਤੇ ਨਾਕਾਮੀਆਂ ਦਾ ਨਤੀਜਾ ਜਿਹੜੇ ਇਹ ਲੋਕ ਇਸ ਗੱਲ ਦਾ ਸੰਤਾਪ ਝੇਲ ਰਹੇ ਨੇ। ਔਰ ਲੋਕ ਜਿਹੜਾ ਹੈ 2022 ਦੀਆਂ ਚੋਣਾਂ ਵਿੱਚ ਜੋ ਹੈ ਸਰਕਾਰ ਤੋਂ ਇਹ ਜਵਾਬ ਮੰਗਣਗੇ ਔਰ ਸਰਕਾਰ ਨੂੰ ਜਿਹੜਾ ਹੈ ਜਨਤਾ ਦੀ ਕਚਹਿਰੀ 'ਚੋਂ ਤੇ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਉਹਨਾਂ ਨੇ 5 ਸਾਲਾਂ 'ਚ ਲੋਕਾਂ ਦੇ ਦਰਦ ਨੂੰ ਦਰਦ ਨਹੀਂ ਸਮਝਿਆ, ਲੋਕਾਂ ਦੀ ਤਕਲੀਫ ਨੂੰ ਤਕਲੀਫ ਨਾ ਸਮਝ ਕੇ ਆਪਦੀ ਐਸ਼ੋ ਆਰਾਮ ਦੀ ਜ਼ਿੰਦਗੀ ਜਾਂ ਆਪਦੀ ਕੁਰਸੀ ਦੀ ਖਾਤਰ ਲੜਾਈ ਦੇ ਵਿੱਚ 5 ਸਾਲ ਟਪਾਏ। ਔਰ ਇਸ ਕਾਂਗਰਸ ਦੀ ਸਰਕਾਰ ਨੂੰ ਜਿਹੜਾ ਹੈ ਇਹ ਪੰਜਾਬ ਦੀ ਜਨਤਾ ਨੂੰ ਇਸ ਵਾਰੀ ਜਵਾਬ ਦੇਣਾ ਪਏਗਾ ਔਰ ਪੰਜਾਬ ਦੀ ਜਨਤਾ ਇਹਨਾਂ ਤੋਂ ਜਵਾਬ ਮੰਗੇਗੀ। ਔਰ ਮੈਨੂੰ ਜਾਪਦਾ ਹੈ ਵੀ ਜਿਹੜਾ 2022 ਦੀ 20 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ, ਪੰਜਾਬ ਦੀ ਜਨਤਾ ਜਿਹੜੀ ਇਹਨਾਂ ਤੋਂ ਜਵਾਬ ਲਏਗੀ ਔਰ ਕਿਸੇ ਵੀ ਕੀਮਤ 'ਤੇ ਇਹ ਸਰਕਾਰ ਨੂੰ ਮੂੰਹ ਨਹੀਂ ਲਗਾਏਗੀ। ਸਰਕਾਰ ਕੋਈ ਵੀ ਹੋਵੇ, ਸਰਕਾਰ ਅਕਾਲੀ ਦਲ ਦੀ ਹੋਵੇ, ਸਰਕਾਰ ਕਾਂਗਰਸ ਦੀ ਹੋਵੇ, ਸਰਕਾਰ ਆਮ ਆਦਮੀ ਦੀ ਹੋਵੇ, ਕਿਸੇ ਦੀ ਵੀ ਹੋਵੇ, ਤਾਂ ਕੀ ਸਭ ਤੋਂ ਜ਼ਰੂਰੀ ਤਾਂ ਇਹ ਹੈ ਵੀ ਕਿਸੇ ਵੀ ਪ੍ਰਾਈਵੇਟ ਨਿੱਜੀਕਰਨ ਕੰਪਨੀ ਨੂੰ ਠੇਕਾ ਦੇਣ ਦੀ ਬਜਾਏ ਹਰ ਵਾਰਡ ਦੇ ਇੱਕ ਬੇਰੁਜ਼ਗਾਰ ਨੌਜਵਾਨ ਨੂੰ ਹੀ ਸੇਵਾ ਕੇਂਦਰ ਅਲਾਓ ਕਰਨਾ ਉਚਿਤ ਨਹੀਂ ਵੀ ਇਹਦੇ ਨਾਲ ਰੁਜ਼ਗਾਰ ਬੜੇ ਲੋਕਾਂ ਨੂੰ ਮਿਲੂਗਾ। ਤੁਹਾਡਾ ਕੀ ਕਹਿਣਾ ਇਸ ਬਾਰੇ?
ਮਿੱਡਾ ਸਾਹਿਬ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਜੇ ਅਸੀਂ ਉਸ ਵਾਰਡ ਦੇ ਵਿੱਚ ਕਿਸੇ ਬੇਰੁਜ਼ਗਾਰ ਨੂੰ ਸਾਂਝ ਕੇਂਦਰ ਜਾਂ ਸੁਵਿਧਾ ਕੇਂਦਰ ਸਰਕਾਰ ਅਲਾਟ ਕਰਦੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੇਰੁਜ਼ਗਾਰੀ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਨੌਜਵਾਨ ਕਿਰਤ ਕਰਨ ਲੱਗ ਜਾਣਗੇ, ਕੰਮ ਕਰਨ ਲੱਗ ਜਾਣਗੇ ਔਰ ਬੇਰੁਜ਼ਗਾਰੀ ਦੀ ਘਾਟ ਹੋਏਗੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਔਰ ਮੈਂ ਇਸ ਗੱਲ ਦਾ ਤੁਹਾਡਾ ਧੰਨਵਾਦ ਵੀ ਕਰਦਾ ਵੀ ਤੁਹਾਡੀ ਜਿਹੜੀ ਦੂਰ ਅੰਦੇਸ਼ੀ ਸੋਚ ਹੈ ਉਹ ਤੁਸੀਂ ਇਸ ਗੱਲ ਦਾ ਵੀ ਸਾਨੂੰ ਜਿਹੜਾ ਹੈ ਸਾਡੀ ਜਿਹੜੀ ਮੈਂਟਲੀ ਸਾਨੂੰ ਇਸ ਗੱਲ ਦਾ ਪ੍ਰਪੇਅਰ ਕੀਤਾ ਤੁਸੀਂ ਵੀ ਆਪਾਂ ਇਸ ਤਰ੍ਹਾਂ ਲੋਕਾਂ ਨੂੰ ਮੂਲ ਰੂਪ ਸੁਵਿਧਾਵਾਂ ਦੇ ਸਕਦੇ ਹਾਂ। ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਸੱਚੇ ਪਾਤਸ਼ਾਹ ਦੀ ਮਿਹਰ ਤੇ ਸੰਗਤ ਦੇ ਪਿਆਰ ਤੇ ਆਸ਼ੀਰਵਾਦ ਸਦਕਾ, ਤਾਂ ਮੈਂ ਇਹ ਗੱਲ ਦਾ ਤੁਹਾਡੇ ਚੈਨਲ ਰਾਹੀਂ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਦੇ ਅੱਗੇ ਤੁਹਾਡੀ ਇਹ ਪ੍ਰਪੋਜ਼ਲ ਰੱਖੀ ਜਾਊਗੀ ਵੀ ਪਰ ਉਹਨਾਂ ਨੇ ਇਹ ਸਾਂਝ ਕੇਂਦਰ ਬਣਾਏ, ਵਾਰਡਾਂ ਦੇ ਵਿੱਚ ਸਾਂਝ ਕੇਂਦਰ ਬਣਾਏ, ਪਿੰਡਾਂ 'ਚ ਸਾਂਝ ਕੇਂਦਰ ਬਣਾਏ ਤਾਂ ਕਿ ਲੋਕਾਂ ਨੂੰ ਸੁਵਿਧਾਵਾਂ ਮਿਲਣ। ਪਰ ਜਦੋਂ ਇਹ ਸਰਕਾਰ ਬਦਲੀ, ਪੰਜਾਬ ਦੇ ਹੁਕਮਰਾਨ ਬਦਲੇ, ਪੰਜਾਬ ਦੇ ਤਖਤੋ ਤਾਜ ਤੇ ਰਾਜ ਕਰਨ ਵਾਲੇ ਬਦਲੇ ਤੇ ਕਾਂਗਰਸ ਦੀ ਸਰਕਾਰ ਆਈ ਤੇ ਆਉਂਦੇ ਹੀ ਇਹਨਾਂ ਨੇ ਜਿਹੜੇ ਸਾਰੇ ਸੁਵਿਧਾ ਸੈਂਟਰ ਬੰਦ ਕਰ ਦਿੱਤੇ ਗਏ। ਆਪਾਂ ਗੱਲ ਕਰਦੇ ਹਾਂ ਜੀ ਮਲੋਟ ਦੀ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੇ ਵਿੱਚ ਹਜੇ ਵੀ ਜਿਹੜੀਆਂ ਸਮੱਸਿਆਵਾਂ ਹੈ ਉਹ ਉਵੇਂ ਦੀਆਂ ਉਵੇਂ ਪਈਆਂ। ਕਿਸੇ ਵੀ ਚਾਹੇ ਕਾਂਗਰਸ ਸਰਕਾਰ ਆਈ ਚਾਹੇ ਅਕਾਲੀ ਦਲ ਦੀ ਸਰਕਾਰ ਆਈ ਤਾਂ ਉਹਨਾਂ ਦਾ ਹਜੇ ਤੱਕ ਹੱਲ ਨਹੀਂ ਹੋਇਆ। ਮੈਂ ਤੁਹਾਡਾ ਧਿਆਨ ਦਿਵਾ ਰਿਹਾ ਮਲੋਟ ਦੀ ਸਿੱਖਿਆ ਦੇ ਵੱਲ। ਮਲੋਟ ਦੇ 27 ਵਾਰਡਾਂ ਦੇ ਵਿੱਚ ਮੰਡੀ ਹਰਜੀਰਾਮ 7 ਵਾਰਡਾਂ ਦੇ ਵਿੱਚ ਸਿਰਫ ਇੱਕ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਹੈ। ਲੜਕਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਵੀ ਨਹੀਂ ਹੈ, ਮੈਟ੍ਰਿਕ ਤੱਕ ਹੈ ਸਿਰਫ। ਫਾਟਕੋ ਪਾਰ ਦਾ ਏਰੀਆ ਜਿਹੜਾ ਏਕਤਾ ਨਗਰ, ਹਰਗੋਬਿੰਦ ਨਗਰ, ਅਜੀਤ ਨਗਰ ਕਾਫੀ ਏਰੀਆ ਜੋ ਪੈਂਦਾ ਹੈ ਔਰ ਉਸ ਪੂਰੇ ਇਲਾਕੇ ਦੇ ਵਿੱਚ 7 ਵਾਰਡ ਨੇ। 7 ਵਾਰਡਾਂ ਦੇ ਵਿੱਚ ਸਿਰਫ 2 ਪ੍ਰਾਇਮਰੀ ਸਕੂਲ ਨੇ। ਨਾ ਲੜਕੀਆਂ ਲਈ ਸੀਨੀਅਰ ਸੈਕੰਡਰੀ ਸਕੂਲ ਹੈ ਨਾ ਲੜਕੇ। ਹਿੱਸੇ ਦੇ ਵਿੱਚ ਹੈ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਲੜਕੀਆਂ ਦਾ, ਯਾਨੀ ਕਿ 10 ਤੇ 7 17 ਵਾਰਡਾਂ ਦੇ ਬੱਚਿਆਂ ਨੂੰ ਫਾਟਕੋ ਪਾਰ ਵਾਲਿਆਂ ਨੂੰ ਫਾਟਕ ਕ੍ਰਾਸ ਕਰਕੇ, ਰੇਲਵੇ ਲਾਈਨਾਂ ਕ੍ਰਾਸ ਕਰਕੇ 6ਵੀਂ ਤੱਕ ਦੇ ਬੱਚਿਆਂ ਨੂੰ, ਕਿਉਂਕਿ 5ਵੀਂ ਤੱਕ ਹੈ ਉਧਰ ਸਕੂਲ, ਇੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਅੱਜ ਤੱਕ ਨਾ ਕਾਂਗਰਸ ਸਰਕਾਰ ਨੇ ਤੇ ਨਾ ਅਕਾਲੀ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਇਹ ਸਮੱਸਿਆ ਜਾਇਜ਼ ਹੈ, ਇਹਦਾ ਹੱਲ ਹੋਣਾ ਚਾਹੀਦਾ ਸੀ ਕਿ ਨਹੀਂ? ਮਿੱਡਾ ਸਾਹਿਬ, ਤੁਹਾਡੀ ਗੱਲ ਦਰੁਸਤ ਹੈ ਕਿਉਂਕਿ ਜੇ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਨੇ, ਨੌਜਵਾਨ ਪੜ੍ਹਾ ਲਿਖਿਆ ਹੋਏਗਾ, ਨੌਜਵਾਨ ਆਪਦਾ ਭਵਿੱਖ ਨੂੰ ਉਜਵਲ ਕਰੇਗਾ ਤਾਂ ਹੀ ਸਾਡੇ ਦੇਸ਼ ਦੀ ਤਰੱਕੀ ਹੋ ਸਕਦੀ, ਤਾਂ ਹੀ ਸਾਡੇ ਪੰਜਾਬ ਦੀ ਤਰੱਕੀ ਹੋ ਸਕਦੀ ਹੈ। ਔਰ ਇਸ ਵਾਰੀ ਮੈਂ ਤੁਹਾਨੂੰ ਤੁਹਾਡੇ ਮੀਡੀਆ ਰਾਹੀਂ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ, ਸਾਡੇ ਜੋ ਮੁੱਖ ਏਜੰਡਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਰਹੇਗਾ ਉਹ ਪਹਿਲ ਦੇ ਆਧਾਰ 'ਤੇ ਜਿਹੜਾ ਸਿਹਤ ਸਹੂਲਤਾਂ, ਕਿਉਂਕਿ ਜਦੋਂ ਕਿਸੇ ਗਰੀਬ ਆਦਮੀ ਨੂੰ ਕੋਈ ਦਿੱਕਤ ਆਉਂਦੀ, ਪ੍ਰੋਬਲਮ ਆਉਂਦੀ, ਉਹ ਮਲੋਟ ਸ਼ਹਿਰ ਦੇ ਵਿੱਚ ਚੰਗੀਆਂ ਸੁਵਿਧਾਵਾਂ, ਸਿਹਤ ਸਹੂਲਤਾਂ ਨਾ ਹੋਣ ਕਰਕੇ ਉਹਨੂੰ ਆਪਦੀ ਕੀਮਤੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਦੂਜਾ ਸਿੱਖਿਆ ਦੀ ਗੱਲ ਆਈ। ਜੇ ਦੇਖੋ ਸਿੱਖਿਆ ਦੀ ਗੱਲ ਹੈ ਜੀ, ਅਸੀਂ ਸਾਡੀ ਜਿਹੜੀ ਉਮਰ ਸੀ ਚਲੋ ਕੋਈ 2 ਕਲਾਸਾਂ ਘੱਟ ਪੜ੍ਹੀਆਂ ਵੱਧ ਪੜ੍ਹੀਆਂ ਇਹ ਚੱਲ ਗਿਆ, ਪਰ ਜਿਹੜਾ ਹੁਣ ਦਾ ਸਮਾਂ ਆ ਰਿਹਾ, ਹੁਣ ਦਾ ਸਮਾਂ ਨੌਜਵਾਨ ਪੀੜ੍ਹੀ ਵਾਸਤੇ ਆ ਰਿਹਾ ਹੈ, ਇਹ ਪੜ੍ਹੇ ਲਿਖੇ ਦਾ ਜ਼ਮਾਨਾ ਆ ਰਿਹਾ ਹੈ। ਸੋ ਜੇ ਸਕੂਲ ਸਾਡੇ ਜਿਹੜੇ ਹੈ ਉਹ ਥੋੜ੍ਹੇ ਨੇ, ਸਕੂਲਾਂ ਦੇ ਵਿੱਚ ਟੀਚਰਾਂ ਦੀ ਜਿਹੜੀਆਂ ਕਮੀਆਂ ਨੇ, ਅਸੀਂ ਭਲੀ ਭਾਂਤ ਇਸ ਗੱਲ ਤੋਂ ਜਾਣੂ ਹਾਂ ਔਰ ਇਸ ਗੱਲ ਦਾ ਬੜੀ ਜ਼ਿੰਮੇਵਾਰੀ ਨਾਲ ਤੁਹਾਡੇ ਮੀਡੀਆ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਦੂਜਾ ਏਜੰਡਾ ਹੋਏਗਾ ਉਹ ਇਸ ਵਾਰੀ ਮੁੱਖ ਰੱਖਾਂਗੇ ਵੀ ਪਹਿਲ ਦੇ ਆਧਾਰ 'ਤੇ ਜਿਹੜਾ ਹੈ ਇਹ ਜਿਹੜੀ ਸਿਹਤ ਸਹੂਲਤ ਔਰ ਵਿਦਿਅਕ, ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਤੀਜੀ ਜਿਹੜੀ ਅਸੀਂ ਗੱਲ ਸਰਦਾਰ ਸੁਖਬੀਰ ਔਰ ਅਸੀਂ ਛੋਟੀਆਂ ਇੰਡਸਟਰੀਆਂ ਪੰਜਾਬ 'ਚ ਲੈ ਕੇ ਆਵਾਂਗੇ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਉਹਨਾਂ ਇੰਡਸਟਰੀਆਂ 'ਚ ਕੰਮ ਕਰਨ, ਉਹਨਾਂ ਨੂੰ ਰੁਜ਼ਗਾਰ ਮਿਲ ਸਕੇ, ਉਹ ਪੜ੍ਹ ਲਿਖ ਕੇ ਡਿਗਰੀਆਂ ਜਿਹੜੀ ਕਾਗਜ਼ ਨਾ ਬਣ ਕੇ ਰਹਿਣ, ਉਹ ਡਿਗਰੀਆਂ ਵਾਕਈ ਡਿਗਰੀ ਦਾ ਕੰਮ ਕਰਨ ਔਰ ਮਾਂ-ਬਾਪ ਦੇ ਜਿਹੜੇ ਉਹਨਾਂ ਦੇ ਵੇਖੇ ਸੁਪਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਸਾਡੇ ਜਿਹੜਾ ਅਸੀਂ ਮੈਨੀਫੈਸਟੋ ਜਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਹੈ ਉਹ ਉਹਨਾਂ ਦੇ ਵਿੱਚ ਪਹਿਲ ਦੇ ਆਧਾਰ 'ਤੇ 3 ਏਜੰਡੇ ਨੇ। ਔਰ ਅਸੀਂ ਕੀ ਤੁਸੀਂ ਸਮਝਦੇ ਹੋ ਵੀ ਇੰਨੇ ਸਾਲ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਦਾ ਧਿਆਨ ਇਸ ਪਾਸੇ ਕਿਉਂ ਨਹੀਂ ਆਇਆ? ਕਿ ਇਸ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਮਿੱਡਾ ਸਾਹਿਬ, ਧਿਆਨ ਆਉਣ ਦੀ ਜਿਹੜੀ ਗੱਲ ਹੈ ਉਹ ਤੁਹਾਡੀ ਗੱਲ ਵਾਜਬ ਹੈ ਵੀ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਵੀ ਸਾਡੇ ਜਿਹੜਾ ਹੈ ਦੇਸ਼ ਜਾਂ ਸਾਡਾ ਪੰਜਾਬ ਜਿਹੜਾ ਸਿੱਖਿਆ ਤੋਂ ਪਿਛੜਿਆ ਹੈ। ਇਸ ਗੱਲ ਨੂੰ ਮੈਂ ਮੁਕਰਰ ਕਰਦਾ, ਇਸ ਗੱਲ ਤੋਂ ਮੈਂ ਮੁਕਰਦਾ ਨਹੀਂ। ਪਰ 1997 ਵਿੱਚ ਜਦੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਨੂੰ ਨਹੀਂ ਜਾਪਦਾ ਵੀ ਭਾਵੇਂ ਕੋਈ ਸਰਕਾਰ ਵੀ ਆਈ ਸਾਡੇ ਮਲੋਟ ਸ਼ਹਿਰ ਨੂੰ ਜਿਹੜਾ ਕਿਸੇ ਨੇ ਵਿਕਾਸ ਦੇ ਪੱਖੋਂ ਜਾਂ ਕੋਈ ਹੋਰ ਸਹੂਲਤ ਦੇਣ ਦੇ ਪੱਖੋਂ ਕੋਈ ਮਲੋਟ ਵੱਲ ਅੱਖ ਕੀਤੀ ਹੋਵੇ। ਅਜੇ ਵੀ ਅਸੀਂ ਇਹ ਨਹੀਂ ਸਮਝਦੇ ਵੀ ਪੂਰੇ ਕੰਮ ਹੋ ਚੁੱਕੇ ਨੇ। ਜੋ ਮਲੋਟ ਦੇ ਵਿੱਚ ਰਹਿੰਦੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸਰਦਾਰ ਬਾਦਲ ਦੇ ਅੱਗੋਂ ਬੇਨਤੀ ਕਰਕੇ ਉਹ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਹੱਲ ਕਰਵਾਇਆ ਜਾਏਗਾ।
ਆਪਣੇ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਆਪਣੇ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਰਹੇ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਰਹੇ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਰਹੇ। ਕੱਲਾ ਇੱਥੇ ਹੀ ਕੰਮ ਖਤਮ ਨਹੀਂ, ਸ਼੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦੇ ਵੀ ਹਰਚਰਨ ਸਿੰਘ ਬਰਾੜ ਜੀ ਵੀ ਮੁੱਖ ਮੰਤਰੀ ਰਹੇ। ਕਾਂਗਰਸ ਦੇ ਅਬੁਲ ਖੁਰਾਣਾ ਤੋਂ ਸਰਦਾਰ ਗੁਰਨਾਮ ਸਿੰਘ ਜੀ ਪੰਚਾਇਤ ਰਾਜ ਮੰਤਰੀ ਰਹੇ। ਸਰਦਾਰ ਸੁਜਾਨ ਸਿੰਘ ਜੀ ਉਹ ਵੀ ਪੰਚਾਇਤ ਰਾਜ ਮੰਤਰੀ ਰਹੇ। ਯਾਨੀ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਮੁੱਖ ਮੰਤਰੀ ਤੋਂ ਲੈ ਕੇ ਰਾਜ ਮੰਤਰੀ ਸਾਰੇ ਆਪਣੇ ਇਸ ਇਲਾਕੇ ਦੇ ਰਹੇ। ਪਰ ਫਿਰ ਵੀ ਇੱਥੇ ਦਾ ਵਿਕਾਸ ਬਹੁਤ ਪਿੱਛੇ ਹੈ। ਸੜਕਾਂ, ਮੇਨ ਹਾਈਵੇ ਜਿਹੜੀ ਨੈਸ਼ਨਲ ਹਾਈਵੇ ਹੈ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ, ਪਵਿੱਤਰ ਧਰਤੀ ਹੈ, ਇਹ ਵੀ ਸੜਕ ਟੁੱਟੀ ਵੀ ਹੈ। ਉਸ ਤੋਂ ਇਲਾਵਾ ਤੁਹਾਨੂੰ ਮੈਂ ਗੱਲ ਕਰਦਾ ਪਿੰਡ ਅਬੁਲ ਖੁਰਾਣੇ ਦੀ। ਅਬੁਲ ਖੁਰਾਣਾ ਤਾਂ ਇੱਕ ਮੇਰੀ ਗੱਲਬਾਤ ਕਰਨ 'ਤੇ ਬਾਹਰ ਆਇਆ। ਇਸ ਤਰ੍ਹਾਂ ਦੇ ਕਈ ਹਜੇ ਮਸਲੇ ਹੋਰ ਪਿੰਡਾਂ ਦੇ ਵੀ ਹੋਣਗੇ ਵੀ ਸੜਕ 'ਤੇ ਪੱਥਰ ਲਗਾ ਦਿੱਤਾ ਗਿਆ ਹੈ 2018 ਦੇ ਵਿੱਚ ਅਤੇ 2,97,000 ਰੁਪਏ ਦੀ ਉਹ ਸੜਕ ਜਿਹੜੀ ਬਣਾਈ ਗਈ ਹੈ। ਲੇਕਿਨ 25% ਸੜਕ ਬਣਾ ਕੇ 75% ਸੜਕ 'ਤੇ ਸਿਰਫ ਬੱਜਰੀ ਪਾ ਕੇ ਛੱਡ ਦਿੱਤੀ ਗਈ ਹੈ। ਉਹ ਹਜੇ ਤੱਕ ਕੰਪਲੀਟ ਨਹੀਂ ਹੋਈ। ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਸੜਕ 'ਤੇ, ਇਸ ਤਰ੍ਹਾਂ ਦੀਆਂ ਸੜਕਾਂ ਜਿਹੜੀਆਂ ਪਈਆਂ ਹੈ, ਤੁਸੀਂ ਕੀ ਸਮਝਦੇ ਹੋ ਵੀ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ? ਮਿੱਡਾ ਸਾਹਿਬ, ਪਹਿਲੇ ਤਾਂ ਮੈਂ ਇਸ ਗੱਲ ਦੀ ਬਿਲਕੁਲ ਤੁਹਾਡੇ ਨਾਲ ਇਸ ਗੱਲ ਦੀ ਗਵਾਹੀ ਭਰਦਾ ਕਿ ਮੁਕਤਸਰ ਸਾਹਿਬ ਜਿਹੜਾ ਸਾਡਾ ਇਤਿਹਾਸਕ ਸ਼ਹਿਰ ਹੈ, ਪਵਿੱਤਰ ਸ਼ਹਿਰ ਹੈ, ਜਿੱਥੇ 40 ਮੁਕਤਿਆਂ ਦੀ ਧਰਤੀ ਪੂਰੇ ਦੇਸ਼ ਦੇ ਵਿੱਚ ਇਹ ਮੁਕਤਸਰ ਸ਼ਹਿਰ ਦਾ ਨਾਮ ਹੈ ਔਰ ਇਤਿਹਾਸਕ ਧਰਤੀ ਹੈ। ਔਰ ਲੋਕੀ ਮਾਘ ਦੇ ਮਹੀਨੇ ਦੇ ਵਿੱਚ ਇੱਥੇ ਦੂਰ ਦੁਰਾਡੇ ਤੋਂ ਚੱਲ ਕੇ ਦੇਸ਼ ਦੇ ਵਿੱਚੋਂ ਨੇ, ਵਿਦੇਸ਼ਾਂ ਦੇ ਵਿੱਚੋਂ ਇੱਥੇ ਨਤਮਸਤਕ ਹੋਣ ਲਈ ਆਉਂਦੇ ਨੇ। ਔਰ ਸਾਰੀਆਂ ਪਾਰਟੀਆਂ ਦੀਆਂ ਸਿਆਸੀ ਕਾਨਫਰੰਸਾਂ ਵੀ ਇੱਥੇ ਹੁੰਦੀਆਂ ਨੇ। ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਵੀ ਜਿਹੜੀ ਮੁਕਤਸਰ ਦੀ ਸੜਕ ਹੈ ਉਹ ਬੜੇ ਚਿਰ ਤੋਂ ਜਿਹੜਾ ਸਮਾਜ ਸੇਵੀ ਸੰਸਥਾਵਾਂ ਨੇ ਵੀ ਔਰ ਕਈ ਹੋਰ ਅਦਾਰਿਆਂ ਨੇ ਇਸ ਮੰਗ ਨੂੰ ਜਿਹੜਾ ਰੱਖਿਆ ਵੀ ਮੁਕਤਸਰ ਦੀ ਸੜਕ ਜੋ ਹੈ ਉਹ ਪਹਿਲ ਦੇ ਆਧਾਰ 'ਤੇ ਬਣਾਈ ਜਾਵੇ। ਸੋ ਦਾਸ ਨੇ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਮੈਂਬਰ ਆਫ ਪਾਰਲੀਮੈਂਟ, ਉਹਨਾਂ ਨੂੰ ਜਦੋਂ ਕਿਸੇ ਕਾਰਨ ਕਿਸੇ ਕੰਮ ਲਈ ਗਏ ਸਨ ਤਾਂ ਉਹਨਾਂ ਨੂੰ ਵੀ ਲੈਟਰ ਹੈਡ 'ਤੇ ਲਿਖ ਕੇ ਦਿੱਤਾ ਵੀ ਮੁਕਤਸਰ ਤੋਂ ਮਲੋਟ ਦੀ ਜਿਹੜੀ ਸੜਕ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ, ਕਿਉਂਕਿ ਇਹ ਸੜਕ ਇਕੱਲੀ ਮੁਕਤਸਰ ਦੀ ਸੜਕ ਹੀ ਨਹੀਂ, ਇਹ ਸਾਡੀ ਇਤਿਹਾਸਕ ਸ਼ਹਿਰ ਨੂੰ ਜਾਣ ਵਾਲੀ ਸੜਕ ਹੈ। ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਨਤਮਸਤਕ ਹੋਣ ਲਈ ਦੂਰ ਦੁਰਾਡੇ ਤੋਂ ਲੋਕ ਆਉਂਦੇ ਨੇ ਔਰ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ। ਔਰ ਸਾਡਾ ਇਸ ਗੱਲ 'ਤੇ ਸ਼ਰਨਲ ਸਿਰ ਝੁਕ ਜਾਂਦਾ ਵੀ ਇਹ ਸੜਕ ਦਾ ਜਿਹੜਾ ਹਾਲ ਪੰਜਾਬ ਦੇ ਵਿੱਚੋਂ ਸਭ ਤੋਂ ਮਾੜੀ ਸੜਕ ਦਾ ਹਾਲ ਜਿਹੜਾ ਮੈਂ ਸਮਝਦਾ ਇਹ ਗਿਣਿਆ ਜਾਂਦਾ ਹੈ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਨੂੰ ਇਹ ਗੱਲ 'ਤੇ ਵਿਸ਼ਵਾਸ ਦਿਵਾਇਆ ਵੀ ਇਹਦਾ ਐਸਟੀਮੇਟ ਪਾਸ ਹੋ ਚੁੱਕਿਆ ਹੈ ਇਸ ਸੜਕ ਦਾ। ਔਰ ਐਸਟੀਮੇਟ ਪਾਸ ਹੋਣ ਤੋਂ ਬਾਅਦ ਬਹੁਤ ਜਲਦੀ ਟੈਂਡਰ ਲਾ ਕੇ ਜੰਗੀ ਪੱਧਰ 'ਤੇ ਇਹ ਸੜਕ ਨੂੰ ਬਣਾਇਆ ਜਾਏਗਾ। ਔਰ ਰਹੀ ਗੱਲ ਅਬੁਲ ਖੁਰਾਣਾ ਦੀ, ਹੁਣ ਅਬੁਲ ਖੁਰਾਣਾ, ਚਲੋ ਮੈਂ ਤਾਂ ਸ਼ਹਿਰ ਦਾ ਬਸ਼ਿੰਦਾ, ਪਿੰਡਾਂ ਨਾਲ ਚਲੋ ਇੱਕ ਪਿੰਡਾਂ ਦੇ ਵਿੱਚ ਵੀ ਸਾਡੇ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਬੈਠੇ ਨੇ ਜਾਂ ਉੱਥੋਂ ਦੇ ਮੈਂ ਕਹਿ ਸਕਦਾ ਜਿਹੜੇ ਲੰਬੀ ਕੌਂਸਟੀਚਿਊਂਸੀ 'ਚ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਕਾਂਗਰਸ ਦੀ ਟਿਕਟ 'ਤੇ ਇਲੈਕਸ਼ਨ ਲੜ ਰਹੇ ਨੇ। ਸਰਦਾਰ ਜਗਪਾਲ ਸਿੰਘ ਜੀ ਬੜੇ ਸਤਿਕਾਰਯੋਗ ਨੇ ਔਰ ਉਹ ਇਲੈਕਸ਼ਨ ਲੜ ਰਹੇ ਨੇ ਔਰ ਉਹਨਾਂ ਦਾ ਇਹ ਜੱਦੀ ਪਿੰਡ ਰਿਹਾ ਔਰ ਸਰਕਾਰੀ ਦਰਬਾਰੇ ਉਹਨਾਂ ਦੀ ਸੁਣਵਾਈ ਵੀ ਬਹੁਤ ਪੂਰੀ ਸੀ, ਕਿਉਂਕਿ ਜਦੋਂ ਸਰਦਾਰ ਗੁਰਨਾਮ ਸਿੰਘ ਜੀ ਸਵਰਗਵਾਸ ਹੋਏ, ਅਕਾਲ ਚਲਾਣਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ, ਤਾਂ ਮੈਨੂੰ ਨਹੀਂ ਜਾਪਦਾ ਵੀ ਕੋਈ ਮੰਤਰੀ ਕਾਂਗਰਸ ਦਾ ਇਹਨਾਂ ਕੋਲ ਆ ਕੇ ਦੁੱਖ ਪ੍ਰਗਟ ਨਾ ਕੀਤਾ ਹੋਵੇ ਔਰ ਮੰਤਰੀ ਵੀ ਇਸੇ ਸੜਕ ਤੋਂ ਹੀ ਚੱਲ ਕੇ ਆਏ। ਸੋ ਉਹਨਾਂ ਦਾ ਮੁੱਢਲਾ ਫਰਜ਼ ਬਣਦਾ ਸੀ ਵੀ ਆਪਦੇ ਜੱਦੀ ਪਿੰਡ ਦੇ ਵਿੱਚ ਜੇ ਕੋਈ ਇਹ ਜੀ ਸੜਕ ਸੀ, ਸਰਕਾਰ ਉਹਨਾਂ ਦੀ ਹੁਕਮਰਾਨ ਪਾਰਟੀ ਦੇ ਉਹ ਬੰਦੇ ਔਰ ਸਰਕਾਰੀ ਦਰਬਾਰੇ ਪਹੁੰਚ ਰੱਖਣ ਵਾਲੇ ਬੰਦੇ ਸੀ, ਉਹਨਾਂ ਨੂੰ ਇਹ ਸੜਕ ਦਾ ਹੱਲ ਕਰਵਾਉਣਾ ਚਾਹੀਦਾ ਸੀ। ਕਿਉਂਕਿ 2018 ਦੀ ਗੱਲ ਕਰ ਰਹੇ ਹੋ, 2018 ਦੇ ਵਿੱਚ ਅਸੀਂ ਪੰਜਾਬ ਦੇ ਹੁਕਮਰਾਨ ਨਹੀਂ ਸੀ, ਪੰਜਾਬ ਦੇ ਹੁਕਮਰਾਨ ਕਾਂਗਰਸ ਸੀ। ਕਾਂਗਰਸ ਦੇ ਜਿਹੜੇ ਸਿਰਕੱਢ ਆਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ਼ਹਿਰ ਉਹ ਕੋਈ ਜ਼ਿੰਮੇਵਾਰੀ ਵੀ ਹੈ ਸਰਦਾਰ ਜਗਪਾਲ ਸਿੰਘ ਕੋਲ ਔਰ ਉਹਨਾਂ ਨੂੰ ਚਾਹੀਦਾ ਸੀ ਇਹ ਸੜਕ ਬਣਾਉਣੀ। ਪਰ ਚਲੋ ਉਹਨਾਂ ਨੇ ਇਸ ਗੱਲ ਦਾ ਖਿਆਲ ਨਹੀਂ ਕੀਤਾ, ਆਪਦੇ ਜੱਦੀ ਪਿੰਡ ਦਾ ਵੀ ਖਿਆਲ ਨਹੀਂ ਕੀਤਾ। ਪਰ ਅਸੀਂ ਇਸ ਗੱਲ ਦੀ ਖੇਦ ਪ੍ਰਗਟ ਕਰਦੇ ਹਾਂ ਅਤੇ ਇਹ ਗੱਲ ਦਾ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ਦੇ ਪਹਿਲ ਦੇ ਆਧਾਰ 'ਤੇ ਜੋ ਅਬੁਲ ਖੁਰਾਣਾ ਦੀ ਸੜਕ ਵੀ, ਮੈਂ ਤਾਂ ਸ਼ਹਿਰ ਦਾ ਬਸ਼ਿੰਦਾ ਪਰ ਜਿਹੜੇ ਸਾਡੇ ਉੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਤੇ ਇਹ ਪਹਿਲ ਦੇ ਆਧਾਰ 'ਤੇ ਇਸ ਗੱਲ ਦਾ ਵੀ ਹੱਲ ਕਰਵਾਇਆ ਜਾਏਗਾ। ਧੰਨਵਾਦ, ਸ਼ੁਕਰੀਆ ਜੀ। ਹੁਣ ਮੈਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਆਉਣ ਵਾਲੀਆਂ 20 ਤਰੀਕ ਨੂੰ ਜਿਹੜੀਆਂ ਚੋਣਾਂ ਪੈਣੀਆਂ, ਸਰਕਾਰੀ ਤੌਰ 'ਤੇ ਵੀ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰੋ ਅਤੇ ਅਜਿਹੀ ਸਰਕਾਰ ਲਿਆਓ ਜੋ
ਸਮਾਜ ਦਾ ਭਲਾ ਕਰ ਸਕੇ, ਸਮਾਜ ਦਾ ਵਿਕਾਸ ਕਰ ਸਕੇ, ਜ਼ਰੂਰਤਮੰਦਾਂ ਦੀ ਮਦਦ ਕਰ ਸਕੇ। ਹਰ ਦੁੱਖ ਵਾਲੇ ਬੰਦੇ ਨੂੰ, ਜਿਸ ਦੇ ਪਰਿਵਾਰ ਦੇ ਕੋਲ ਹਰ ਇੱਕ ਨੂੰ ਜਿਹੜੀ ਮੁਸੀਬਤ ਹੈ ਉਸ ਤੋਂ ਬਚਾ ਸਕੇ, ਉਸ ਨੂੰ ਵੋਟ ਦਿਓ। ਜਿਹੜੇ ਤੁਹਾਡੇ ਇਸ ਗੱਲ ਨੂੰ ਨਹੀਂ ਸਮਝਦੇ, ਸਿਰਫ ਗੱਲਾਂ ਬਾਤਾਂ ਨਾਲ ਹੀ ਟਾਈਮ ਪਾਸ ਕਰਦੇ ਆ ਜਾਂ ਗੱਲਾਂ ਨਾਲ ਹੀ ਆਪਣੀ ਸਰਕਾਰ ਨੂੰ ਚਲਾ ਲੈਂਦੇ, ਉਹਨਾਂ ਨੂੰ ਇਗਨੋਰ ਕਰੋ ਅਤੇ ਅਗਲਾ ਰਸਤਾ ਦਿਖਾਓ। ਜੇ ਹੋ ਸਕੇ ਤਾਂ ਹਰ 5 ਸਾਲ ਦੇ ਵਿੱਚ ਸਰਕਾਰ ਦਾ ਹਿਸਾਬ ਕਿਤਾਬ ਦੇਖੋ ਵੀ ਇਹ ਸਰਕਾਰ ਇਸ ਸਰਕਾਰ ਨੇ ਸਾਡੇ ਲਈ ਕੁਝ ਕੀਤਾ, ਸਮਾਜ ਲਈ ਕੁਝ ਕੀਤਾ, ਤਾਂ ਉਹਨੂੰ ਵੋਟ ਪਾਓ। ਜਿਹੜੀ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਉਹਨੂੰ ਹਰ 5 ਸਾਲ ਬਾਅਦ ਬਦਲ ਦਿਓ, ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਵੀ ਸਾਡੇ ਵਿੱਚ ਕੋਈ ਕਮੀ ਸੀ ਤਾਂ ਸਾਨੂੰ ਲੋਕਾਂ ਨੇ ਬਦਲਤਾ। ਹੋਰ ਜਾਣਕਾਰੀ ਲੈਣ ਦੇ ਲਈ, ਵਧੀਆ ਖਬਰਾਂ ਦੇਖਣ ਦੇ ਲਈ, ਇੰਟਰਵਿਊ ਦੇਖਣ ਦੇ ਲਈ, ਸੰਬੰਧਿਤ ਵਿਭਾਗਾਂ ਦੀ ਜਾਣਕਾਰੀ ਲੈਣ ਦੇ ਲਈ ਸਾਡਾ ਚੈਨਲ ਮੇਰਾ ਰੰਗਲਾ ਦੇਸ਼ YouTube ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ। ਸਾਡਾ ਫੇਸਬੁੱਕ ਪੇਜ ਵੀ ਬਣਿਆ ਹੋਇਆ, ਉਹਨੂੰ ਪਸੰਦ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ, ਸ਼ੁਕਰੀਆ। ਪਰਮਾਤਮਾ ਨੇ ਚਾਹਿਆ ਤਾਂ ਫਿਰ ਕਿਸੇ ਲਾਈਵ ਦੇ ਵਿੱਚ ਜਾਂ ਅਗਲੇ ਇੰਟਰਵਿਊ ਦੇ ਵਿੱਚ ਅਗਲੇ ਪਿੰਡ ਦੇ ਵਿੱਚ ਤੁਹਾਨੂੰ ਪਿੰਡ ਦੇ ਲੋਕਾਂ ਨਾਲ ਮਿਲਾਵਾਂਗੇ ਅਤੇ ਜਾਣਾਂਗੇ ਉੱਥੋਂ ਦਾ ਹਾਲ ਵੀ ਉਹ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਨੇ। ਧੰਨਵਾਦ, ਸ਼ੁਕਰੀਆ ਜੀ।